Dear students, welcome to Amrit Senior Secondary School. ਅੱਜ ਮੈਂ ਤੁਹਾਨੂੰ 8th ਕਲਾਸ ਦੀ ਸਾਇੰਸ ਦੀ ਟੈਕਸਟ ਬੁੱਕ ਦਾ ਸੈਕਿੰਡ ਚੈਪਟਰ ਮਾਈਕਰੋ ਆਰਗੇਨਿਜ਼ਮ ਫਰੈਂਡ ਐਂਡ ਫੋਏ ਦਾ ਸੈਕਿੰਡ ਪਾਰਟ ਕਰਵਾਉਣ ਜਾ ਰਹੀ ਹਾਂ, ਜੋ ਕਿ ਤੁਹਾਡੀ ਬੁੱਕ ਦਾ ਪੇਜ ਨੰਬਰ 22 ਤੋਂ ਲੈ ਕੇ 27 ਦੇ ਵਿਚਕਾਰ ਹੈ। ਅਸੀਂ ਪਿਛਲੀ ਵੀਡੀਓ 'ਚ ਪੜ੍ਹਿਆ ਸੀ ਜੀ ਮਾਈਕਰੋ ਆਰਗੇਨਿਜ਼ਮ ਕਿਹੜੇ ਹੁੰਦੇ ਹਨ, ਉਹ ਸਾਡੇ ਫਰੈਂਡਸ ਕਿਸ ਤਰ੍ਹਾਂ ਨੇ, ਉਹ ਸਾਨੂੰ ਕਿਹੜੇ ਲਾਭ ਦਿੰਦੇ ਨੇ। ਹੁਣ ਅਸੀਂ ਅੱਜ ਗੱਲ ਕਰਾਂਗੇ ਜੀ ਮਾਈਕਰੋ ਆਰਗੇਨਿਜ਼ਮ ਸਾਡੇ ਦੁਸ਼ਮਣ ਕਿਸ ਤਰ੍ਹਾਂ ਨੇ, ਉਹਨਾਂ ਬਾਰੇ ਅੱਜ ਪੜ੍ਹਨ ਲੱਗੇ ਹਾਂ। ਹਾਰਮਫੁਲ ਮਾਈਕਰੋ ਆਰਗੇਨਿਜ਼ਮ, ਹਾਨੀਕਾਰਕ ਸੂਖਮ ਜੀਵ। ਸਮ ਆਫ ਦਾ ਮਾਈਕਰੋ ਆਰਗੇਨਿਜ਼ਮ causes diseases in human being, plants and animals। ਕਹਿੰਦਾ ਜੀ ਕੁਝ ਸੂਖਮ ਜੀਵ ਰੋਗ ਫੈਲਾਉਂਦੇ ਨੇ ਪੌਦਿਆਂ ਵਿੱਚ, ਜੰਤੂਆਂ ਵਿੱਚ ਅਤੇ ਮਨੁੱਖਾਂ ਵਿੱਚ। such diseases causing microorganism are called pathogens। ਕਹਿੰਦਾ ਜਿਹੜੇ ਇਹ ਸੂਖਮ ਜੀਵ ਰੋਗ ਫੈਲਾਉਂਦੇ ਨੇ ਉਹਨਾਂ ਨੂੰ ਕੀ ਬੋਲਦੇ ਨੇ ਜੀ, ਰੋਗਜਨਕ ਸੂਖਮ ਜੀਵ ਕਿਹਾ ਜਾਂਦਾ ਹੈ। some microorganisms spoil food, clothing and leather। ਕਈ ਸੂਖਮ ਜੀਵ ਇਹੋ ਜਿਹੇ ਹੁੰਦੇ ਨੇ ਜੋ ਸਾਡਾ ਭੋਜਨ, ਚਮੜਾ ਅਤੇ ਕੱਪੜਿਆਂ ਨੂੰ ਨਸ਼ਟ ਕਰਦੇ ਨੇ। diseases causing microorganism in human। ਕਹਿੰਦਾ ਹੈ ਜੀ ਹਿਊਮਨ ਬੀਇੰਗ ਦੇ ਵਿੱਚ ਕਿਸ ਤਰ੍ਹਾਂ ਦੀ ਬਿਮਾਰੀਆਂ ਫੈਲਾਉਂਦੇ ਨੇ ਮਾਈਕਰੋ ਆਰਗੇਨਿਜ਼ਮਸ। microbes diseases that can be spread from an infected person to a healthy person through air, water, food or physical contact are called communicable diseases। ਕਹਿੰਦਾ ਹੈ ਜੀ ਇਹ ਜਿਹੜੇ ਸੂਖਮ ਜੀਵ ਹੁੰਦੇ ਨੇ ਕਿਸੇ ਬਿਮਾਰ ਵਿਅਕਤੀ ਤੋਂ ਤੰਦਰੁਸਤ ਵਿਅਕਤੀ ਤੱਕ ਰੋਗ ਫੈਲਾਉਂਦੇ ਨੇ। ਉਹ ਕਿਸ ਤਰ੍ਹਾਂ ਫੈਲਾਉਂਦੇ ਨੇ ਜੀ, ਹਵਾ ਰਾਹੀਂ, ਪਾਣੀ ਰਾਹੀਂ, ਭੋਜਨ ਰਾਹੀਂ ਜਾਂ ਫਿਜ਼ੀਕਲ ਕੰਟੈਕਟ ਰਾਹੀਂ। ਜਿਹੜੇ ਰੋਗ ਫੈਲਦੇ ਨੇ ਉਹਨਾਂ ਨੂੰ ਕਿਹੜੇ ਰੋਗ ਕਿਹਾ ਜਾਂਦਾ ਹੈ ਜੀ, ਕਮਿਊਨੀਕੇਬਲ ਡਿਸੀਜ਼ਸ, ਜਿਸ ਤਰ੍ਹਾਂ ਕਿ ਲਾਗ ਦੇ ਰੋਗ ਵੀ ਕਿਹਾ ਜਾਂਦਾ ਨੇ। ਐਗਜ਼ਾਮਪਲ ਕਲੋਰਾ, ਕਾਮਨ ਕੋਲਡ, ਚਿਕਨ ਪੌਕਸ, ਜਿਵੇਂ ਜੀ ਹੈਜ਼ਾ ਹੋ ਗਿਆ, ਜ਼ੁਕਾਮ ਹੋ ਗਿਆ, ਠੀਕ ਹੈ ਜੀ, ਚਿਕਨ ਪੌਕਸ ਵਗੈਰਾ ਦੇ ਆਦਿ ਦੇ ਰੋਗ ਹੁੰਦੇ ਨੇ। ਇਹ ਕਿਸ ਤਰ੍ਹਾਂ ਫੈਲਦੇ ਨੇ, ਇਹਨਾਂ ਤਰੀਕਿਆਂ ਨਾਲ। There are some insect and animal which act as carriers of diseases causing microbes। ਕਹਿੰਦਾ ਜੀ ਕੁਝ ਹੋਰ ਵੀ ਕੀਟ ਪਤੰਗੇ ਜਾਂ ਜਾਨਵਰ ਵੀ ਹੁੰਦੇ ਨੇ ਜਿਹੜੇ ਰੋਗ ਫੈਲਾਉਂਦੇ ਨੇ। ਕਿਸ ਤਰ੍ਹਾਂ ਜੀ, ਉਹਦੀ ਐਗਜ਼ਾਮਪਲ ਹੈ ਕਿਹੜੀ ਜੀ, ਹਾਊਸ ਫਲਾਈ ਇਜ਼ ਵਨ ਆਫ ਕੈਰੀਅਰ। ਕਹਿੰਦਾ ਜਿਸ ਤਰ੍ਹਾਂ ਜੀ ਘਰੇਲੂ ਮੱਖੀ, ਅਸੀਂ ਆਪਣੇ ਘਰਾਂ ਵਿੱਚ ਮੱਖੀ ਵੇਖਦੇ ਹਾਂ, ਇਹ ਵੀ ਸੂਖਮ ਜੀਵ ਫੈਲਾਉਣ ਦਾ ਕੰਮ ਕਰਦੀ ਹੈ। The flies sit on the garbage and animal excrete। Pathogens stick to their bodies when these flies sit on uncovered food। They may transfer the pathogens। However, eats a spoiled food is likely to get sick। ਕਹਿੰਦਾ ਹੈ ਜੀ ਜਿਸ ਤਰ੍ਹਾਂ ਦੀ ਘਰੇਲੂ ਮੱਖੀ ਵੇਖੀ ਹੈ, ਉਹ ਕਿੱਥੇ ਬੈਠਦੀ ਹੈ ਜੀ, ਕੂੜੇ ਕਰਕਟ 'ਤੇ ਬੈਠਦੀ ਹੈ, ਮਲ ਮੂਤਰ 'ਤੇ ਬੈਠਦੀ ਹੈ, ਅਤੇ ਕੀ ਹੁੰਦਾ ਜੀ, ਪੈਥਾਗੋਨਸ ਜਿਹੜੇ ਰੋਗਜਨਕ ਸੂਖਮ ਜੀਵ ਹੁੰਦੇ ਨੇ ਇਹਨਾਂ ਦੇ ਸਰੀਰ ਉੱਪਰ ਲੱਗ ਜਾਂਦੇ ਨੇ ਮੱਖੀਆਂ ਦੇ। ਜਦੋਂ ਇਹ ਮੱਖੀਆਂ ਆਪਣੇ ਘਰਾਂ ਵਿੱਚ ਐਂਟਰ ਕਰਦੀਆਂ ਨੇ, ਸਾਡੇ ਜਿਹੜੇ ਅਨਕਵਰਡ ਫੂਡ ਹੁੰਦਾ, ਜਿਹੜਾ ਢੱਕਿਆ ਨਹੀਂ ਹੁੰਦਾ ਸਾਡਾ ਖਾਣਾ, ਠੀਕ ਹੈ, ਦਾਲਾਂ ਸਬਜ਼ੀਆਂ, ਸਾਡੀ ਰੋਟੀ ਵਗੈਰਾ ਹੋ ਗਈ, ਉਹਨਾਂ ਉੱਪਰ ਬੈਠ ਜਾਂਦੀ ਹੈ ਅਤੇ ਉਹਨਾਂ ਉੱਪਰ ਕੀ ਕਰਦੀ ਹੈ ਜੀ, ਜੀਵਾਣੂਆਂ ਨੂੰ ਫੈਲਾ ਦਿੰਦੀ ਹੈ ਅਤੇ ਜੀਵਾਣੂ ਜਿਹੜੇ ਫੈਲ ਜਾਂਦੇ ਨੇ ਭੋਜਨ ਦੇ ਵਿੱਚ, ਸਾਡਾ ਭੋਜਨ ਕੀ ਹੋ ਜਾਂਦਾ ਜੀ, ਨਸ਼ਟ ਹੋ ਜਾਂਦਾ, ਉਹ ਖਾਣ ਦੇ ਯੋਗ ਨਹੀਂ ਰਹਿੰਦਾ। ਅਨਦਰ ਐਗਜ਼ਾਮਪਲ ਇਜ਼ ਫੀਮੇਲ ਐਨਾਫਿਲਸ ਮੋਸਕੀਟੋ। ਕਹਿੰਦਾ ਜੀ ਤੋਂ ਇਲਾਵਾ ਇੱਕ ਹੋਰ ਐਗਜ਼ਾਮਪਲ ਹੈ ਜੀ ਉਹਦੀ ਮੈਦਾ ਐਨਫਾਈਲਜ਼ੀ ਮੋਸਕੀਟੋ ਦੀ, ਮੱਛਰ ਦੀ। ਉਹ ਮੱਛਰ ਕੀ ਕਰਦਾ ਜੀ, ਵਿਚ ਕੈਰੀਜ਼ ਦਾ ਪੈਰਾਸਾਈਟ ਆਫ ਮਲੇਰੀਆ। ਉਹ ਕਿਹੜਾ ਰੋਗ ਫੈਲਾ ਰਿਹਾ ਜੀ, ਮਲੇਰੀਆ ਨਾਂ ਦਾ ਰੋਗ ਫੈਲਾ ਰਿਹਾ। ਫੀਮੇਲ ਐਨਾਫਾਈਲਸ ਮੋਸਕੀਟੋ ਐਕਟ ਐਜ਼ ਕੈਰੀਅਰ ਆਫ ਡੇਂਗੂ ਵਾਇਰਸ। ਉਹ ਕਿਹੜਾ ਵਾਇਰਸ ਫੈਲਾ ਰਿਹਾ ਜੀ, ਡੇਂਗੂ ਵਾਇਰਸ ਫੈਲਾ ਰਿਹਾ, ਠੀਕ ਹੈ ਜੀ। ਆਲ ਮੋਸਕੀਟੋ ਬਰੀਡ ਇਨ ਵਾਟਰ। ਕਹਿੰਦਾ ਜੀ ਸਾਰੇ ਮੱਛਰ ਪਾਣੀ ਵਿੱਚ ਹੀ ਆਪਣੇ ਆਂਡੇ ਦਿੰਦੇ ਨੇ। Hence, one should not let water collect in coolers, tires, flower pots। By keeping the surrounding clean and dry, we can prevent mosquito। ਕਹਿੰਦਾ ਜੀ ਇਸ ਕਰਕੇ ਸਾਨੂੰ ਆਪਣੇ ਘਰਾਂ ਵਿੱਚ, ਕੂਲਰਾਂ ਵਿੱਚ, ਟਾਇਰਾਂ ਵਿੱਚ, ਠੀਕ ਹੈ ਜੀ, ਫੁੱਲਦਾਨਾਂ ਵਿੱਚ ਪਾਣੀ ਇਕੱਠਾ ਕਰਕੇ ਨਹੀਂ ਰੱਖਣਾ। ਕਿਉਂ ਨਹੀਂ ਰੱਖਣਾ, ਜੇ ਪਾਣੀ ਰੱਖਾਂਗੇ ਤਾਂ ਵਿੱਚ ਕੀ ਹੋਏਗਾ ਜੀ, ਮੱਛਰ ਫੈਲੇਗਾ, ਅਤੇ ਮੱਛਰ ਕਿਹੜੇ ਰੋਗ ਨੂੰ ਫੈਲਾਏਗਾ ਜੀ, ਮਲੇਰੀਆ, ਡੇਂਗੂ ਵਗੈਰਾ ਸਾਨੂੰ ਹੋਣ ਦਾ ਡਰ ਰਹੇਗਾ। ਇਸ ਕਰਕੇ ਸਾਨੂੰ ਉਹਨਾਂ ਪਾਣੀ ਇਕੱਠਾ ਕਰਕੇ ਨਹੀਂ ਰੱਖਣਾ ਚਾਹੀਦਾ। ਡਿਸੀਜ਼ਿਜ਼ ਕਾਜ਼ਿੰਗ ਮਾਈਕਰੋ ਆਰਗੇਨਿਜ਼ਮ ਇਨ ਐਨੀਮਲਸ। ਕਹਿੰਦਾ ਜੀ ਇਨਸਾਨਾਂ ਤੋਂ ਇਲਾਵਾ ਜਾਨਵਰਾਂ ਦੇ ਵਿੱਚ ਵੀ ਇਹ ਮਾਈਕਰੋ ਆਰਗੇਨਿਜ਼ਮ ਬਿਮਾਰੀਆਂ ਫੈਲਾਉਂਦੇ ਨੇ। Several microorganisms not only causes disease in humans and plants but also in other animals। For example, anthrax is a dangerous cattle disease caused by a bacterium। Foot and mouth disease of cattle is caused by virus। ਕਹਿੰਦਾ ਜਾਨਵਰ ਜਿਹੜਾ ਰੋਗ ਫੈਲਦਾ ਜੀਵਾਣੂਆਂ ਦੁਆਰਾ ਕਿਹੜਾ ਹੁੰਦਾ ਜੀ, ਐਂਥਰੈਕਸ। ਇਹ ਪਸ਼ੂਆਂ ਦੇ ਮੂੰਹ ਦੇ ਪੈਰਾਂ ਦੇ ਵਿੱਚ ਰੋਗ ਹੁੰਦਾ। ਉਹਨਾਂ ਕੀ ਹੁੰਦਾ, ਜਿਸ ਤਰ੍ਹਾਂ ਮੂੰਹ ਵਿੱਚ ਮੂੰਹ ਖੋਰ ਹੋਣ ਲੱਗ ਪੈਂਦਾ ਹੈ ਜੀ, ਇਸੇ ਤਰ੍ਹਾਂ ਇਹ ਰੋਗ ਫੈਲਣਾ ਸ਼ੁਰੂ ਹੋ ਜਾਂਦਾ ਹੈ, ਠੀਕ ਹੈ ਜੀ। ਉਹ ਗੱਲ ਕਰ ਰਹੇ ਹਾਂ ਜੀ ਡਿਸੀਜ਼ਿਜ਼ ਕਾਜ਼ਿੰਗ ਮਾਈਕਰੋ ਆਰਗੇਨਿਜ਼ਮ ਇਨ ਪਲਾਂਟਸ। ਹਿਊਮਨ ਤੋਂ ਇਲਾਵਾ, ਜਾਨਵਰਾਂ ਤੋਂ ਇਲਾਵਾ ਅਤੇ ਪਲਾਂਟਸ ਦੇ ਵਿੱਚ ਵੀ ਇਹ ਰੋਗ ਫੈਲਾਉਂਦੇ ਨੇ ਮਾਈਕਰੋ ਆਰਗੇਨਿਜ਼ਮਸ। Several microorganisms causes disease in plants like wheat, rice, potato, sugarcane, orange, apple and others।
द डिसीज़ रिड्यूस द यील्ड ऑफ क्रॉप्स। सम डिसीज़ आर, कहता है जी इंसानां तो इलावा पौदिਆਂ ਦੇ ਪੱਤਿਆਂ ਦੇ ਵਿੱਚ ਵੀ ਜੋ ਰੋਗ ਫੈਲਦੇ ਨੇ, किस तरह हो गया कणक हो गई, चावल हो गए, आलू हो गए, गन्ना हो गया, ठीक है जी, ऑरेंज हो गया, एप्पल हो गया, इन्हां विच रोग फैलते हैं। की करते हैं जी, रोग फैलण नाल की हो जाता है, रोग फैलण नाल साडी फसल का झाड़ भी घट होण लग पैंदा है। एक सानू रोग तो ना फसलों नूं बचा के रखना चाहिए है। कहंदा जी किहड़े किहड़े रोग फैलते हैं, जिवें जी सिट्रस कैंकर, सिट्रस कैंकर नाम का जो रोग है जी किस तरह फैलता पिया, ये किस तरह होंदा जी, पोटैटो के उपर देखिया होगा काले रंग के ना गोल 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 ओवल शेप के ना उन्होंने धब्बे ज बन जाते हैं, वो किहड़ा रोग है जी, सिट्रस कैंकर। रस्ट ऑफ वीट की होंदा है जी, कणक दियां पत्तियां दे उपर की होंदा जी, पीले रंग धब्बे बनने शुरू हो जाते हैं। येलो वेन मैजॉक ऑफ भिंडी, कहता जी भिंडी के उपर ना पत्तियां के उपर येलो कलर धब्बे पैने शुरू हो जाते हैं, तो उपर ना पीले कलर के ना इस तरह उपर फोड़िया वांगू ना निकलने शुरू हो जाते हैं। ये सारे काम कौन फैला रहा है जी, माइक्रो ऑर्गेनिजम्स। ये सारे साढ़े पौदियां दी फसलों को नष्ट करते हैं। हाँ जी, इस तो इलावा गल कर रहे हैं जी फूड पॉइजनिंग, कि साढ़े भोजन किस तरह विषैला कर दिंदा, भोजन किद्दां जहरीला कर दिंदा है। सम ऑफ द माइक्रो ऑर्गेनिजम ग्रो ऑन आवर फूड एंड कॉजेज फूड पॉइजनिंग, कहता जी कुछ सुखम जीव होंगे ने, कुछ ठीक है जीवाणु होंगे ने जो साढ़े भोजन के पैदा होने शुरू हो जाते हैं, ठीक है जी, इस करके पौधे अपने साढ़े भोजन को खराब करते हैं तो भोजन में जहरीला पदार्थ पैदा होना शुरू हो जाता है, और जहरीला पदार्थ साढ़े भोजन नष्ट कर रहा है जी, वो गुणवत्ता को घटा रहा है, ठीक है जी, उस दे नाल असीं भोजन को खा नहीं सकते। फूड प्रजरवेशनस, कहता जी जो फूड च पॉइजनिंग हो रही है तो उन्हें किस तरह बचाया जा सकता है, भोजन का सुरक्षण किद्दां कीता जांदा है। माइक्रो ऑर्गेनिजम दैट ग्रो ऑन आवर फूड समटाइम्स प्रोड्यूस टॉक्सिक सबसटांस, कहता जी कुछ माइक्रो ऑर्गेनिजम सूखम जीव होंगे ने जो साढ़े भोजन के कुछ इहो जिहा टॉक्सिक हानिकारक सबसटांस पैदा करना शुरू कर देंगे ने। दिस मेक द फूड पॉइजनस कॉजिंग सीरीयस इलनेस एंड ईवन डैथ, उस दे नाल की हो जाता जी, साढ़े भोजन जिहड़ा खराब कर देंगे ने, उन्हें की होना असीं वो भोजन खराब होए भोजन जेकर असीं खावांगे तो असीं की हो जाएंगे, बीमार हो जाएंगे, तो कई बार इहो जिही बीमारियां लग जांदियां ने जी, उहदे नाल साडी मौत भी हो सकती है। सो इट इज़ वैरी इंपॉर्टेंट दैट वी प्रजर्व फूड टू प्रिवेंट इट फ्रॉम बीइंग स्पॉइल्ड, कहता जी इसलिए साडा बहुत जरूरी कदम ये बनता है जी कि असीं अपने भोजन नूं इन्हां सारे सूखम जीवां तो बचा के रखीए। Let us study the common method of preserving food in our homes, कहता जी कुछ असीं आसान तरीके पढ़न लगे हैं जी, अपने घरां दे विच असीं अपने खाने नूं इन्हां सूखम जीवां तो किस तरह बचा के रख सकते हैं। नंबर 1 कैमिकल मैथड्स, कैमिकल मैथड्स किहड़े किहड़े होणगे, रसायनिक मैथड किहड़े किहड़े ने। Salts and edible oils are common chemicals generally used to check the growth of microorganisms, कहता है जी असीं घरां विच खाण वाला नमक, ठीक है जी, जो खाण वाला तेल, ये भी साडा की ने जी कुछ रसायनिक चीज़ां ने जिन्हां असीं चैक करते रहंदे हैं कि जी इन्हां दी माइक्रो ऑर्गेनिज्म की ग्रोथ तो नहीं हो रही इन्हां विच। दे आर कॉल्ड प्रिजर्वेशनस, वी एड सॉल्ट टू पिकल टू प्रिवेंट द अटैक ऑफ माइक्रोब्स, कहता जी इस तरह असीं अपने अचार दे विच की करने हैं, ज़्यादा नमक पा के रखते हैं, क्यों पाने हैं जी, क्योंकि ज़्यादा नमक पाया होगा तो की है साडा कैमिकल का काम करता है, उस दे नाल साडे अचार दे विच सूखम जीव एंटर नहीं करनगे, साडे अचार नूं खराब नहीं करते। सैकेंड मैथड प्रिजर्वेशन बाय कॉमन सॉल्ट, किस तरह जी कॉमन सॉल्ट तो किद्दां बचाउने असीं अपने खाने नूं किद्दां बचा के रखांगे इन कॉमन सॉल्ट की वरतों करके। मीट एंड फिश आर कवर्ड विद द ड्राई सॉल्ट टू चैक द ग्रोथ ऑफ बैक्टीरिया, कहता है जी असीं मीट ते मच्छी नूं सुके नमक विच असीं कवर करके रखते हैं, क्यों रखते हैं जी, तां जो उन्हां उपर माइक्रो ऑर्गेनिज्म एंटर ना कर सकन ते साडी मीट ते मच्छी नूं खराब ना कर सकन। सॉल्टिंग इज़ आल्सो यूज टू प्रिजर्व आमला, रॉ मैंगो एक्सेट्रा, कहता जी सॉल्टिंग मैथड होर भी यूज़ किया जाता, आमले तो यूज़ किया जाता, ठीक है जी, कच्चे अंबां नूं बचा के रखने लई किया जाता है। थर्ड मैथड प्रिजर्वेशन ऑफ प्रिजर्वेशन बाय शुगर, कहता जी शुगर के नाल असीं अपने भोजन को किद्दां बचा के रख सकते हैं। जैम्स जैलीज आर प्रिजर्वड बाय शुगर, शुगर रिड्यूस द मॉइस्चर कंटैक्ट विच इनहैबिट्स द ग्रोथ ऑफ बैक्टीरिया विच स्पॉइल फूड, कहता जिस तरह जैम्स हो गए, जैली हो गई, इन्हां में ज़्यादा चीनी पा के रखा जाता है। चीनी क्यों पा के ज़्यादा रखा जाता है जी, चीनी दे नाल की हुंदा है जी, उहदा दा मॉइस्चर घट जाता है, ठीक है, जो मॉइस्चर घटेगा तो अंदर कोई माइक्रो ऑर्गेनिजम्स एंटर नहीं करनगे, ठीक है जी, जो मॉइस्चर घटेगा तो माइक्रो ऑर्गेनिजम एंटर करते हैं। जिस तरह कि मान लो तुसीं वेख्या ही होवेगा जो नमी वगैरह अंदर होंदी है तो उल्ली पैदा हो जाती है, ठीक है जी, साडा भोजन खराब हो जाएगा। जेकर असीं अपने अंदर नमी नहीं मॉइस्चर नहीं पैदा करवांगे तो की होएगा जी, अंदर कोई भी जीवाणु या माइक्रो ऑर्गेनिजम एंटर नहीं करेगा। प्रिजर्वेशन बाय ऑयल एंड विनेगर, हाँ जी, असीं अपने भोजन को तेल अते विनेगर तो किस सिरका वगैरह पा के असीं किस तरह बचा के रख सकते हैं। यूज़ ऑफ ऑयल एंड विनेगर
prevents spoils of pickles because bacteria cannot live in such an environment। ਕਹਿੰਦਾ ਹੈ ਜੀ ਅਸੀਂ ਆਪਣੇ ਅਚਾਰ ਵਗੈਰਾ ਵਿੱਚ ਆਪਣੇ ਖਾਣੇ ਦੇ ਵਿੱਚ ਤੇਲ ਜਾਂ ਵਿਨੇਗਰ ਪਾ ਕੇ ਆਪਣੇ ਖਾਣੇ ਨੂੰ ਬਚਾ ਕੇ ਰੱਖ ਸਕਦੇ ਹਾਂ। ਕਹਿੰਦਾ ਜੀ ਇਸ ਤਰ੍ਹਾਂ ਜੇ ਤੇਲ ਜਾਂ ਸਿਰਕਾ ਪਾਇਆ ਹੋਵੇਗਾ ਆਪਣੇ ਭੋਜਨ ਦੇ ਵਿੱਚ ਉਹਨਾਂ ਵਿੱਚ ਕੋਈ ਵੀ ਮਾਈਕਰੋ ਆਰਗੈਨਿਜ਼ਮ ਜਿੰਦਾ ਨਹੀਂ ਰਹਿ ਸਕਦਾ। ਜਿੱਥੇ ਸਿਰਕਾ ਜਾਂ ਤੇਲ ਹੋਵੇ ਉੱਥੇ ਕੋਈ ਵੀ ਮਾਈਕਰੋ ਆਰਗੈਨਿਜ਼ਮ ਜਿੰਦਾ ਨਹੀਂ ਰਹਿ ਸਕਦਾ। ਇਸੇ ਤਰ੍ਹਾਂ ਜੀ ਗੱਲ ਕਰ ਰਹੇ ਹਾਂ ਵੈਜੀਟੇਬਲਸ ਫਰੂਟਸ ਐਂਡ ਫਿਸ਼ ਆਰ often preserved by this method। ਕਹਿੰਦਾ ਜੀ ਇਸੇ ਤਰ੍ਹਾਂ ਅਸੀਂ ਆਪਣੀ ਸਬਜ਼ੀਆਂ ਠੀਕ ਹੈ ਜੀ ਫਲਾਂ ਜਾਂ ਮੱਛੀ ਨੂੰ ਵੀ ਅਸੀਂ ਆਪਣੇ ਸੂਖਮ ਜੀਵਾਂ ਦੇ ਅਟੈਕ ਤੋਂ ਬਚਾ ਕੇ ਰੱਖ ਸਕਦੇ ਹਾਂ। ਹੀਟ ਐਂਡ ਕੋਲਡ ਟਰੀਟਮੈਂਟਸ ਕਹਿੰਦੇ ਜਾਂ ਤਾਂ ਆਪਣੇ ਭੋਜਨ ਨੂੰ ਕਿਤੇ ਗਰਮ ਥਾਂ 'ਤੇ ਰੱਖ ਦਿਓ ਜਾਂ ਠੰਡੀ ਥਾਂ 'ਤੇ ਰੱਖੋ। ਉਸ ਟਰੀਟਮੈਂਟ ਦੇ ਨਾਲ ਅਸੀਂ ਆਪਣੇ ਭੋਜਨ ਨੂੰ ਬਚਾ ਕੇ ਰੱਖ ਸਕਦੇ ਹਾਂ। ਬੋਇਲਿੰਗ ਫੂਡਸ ਕਿਲਸ ਮੈਨੀ ਮਾਈਕਰੋ ਆਰਗੈਨਿਜ਼ਮਸ। ਕਹਿੰਦਾ ਜਦੋਂ ਅਸੀਂ ਆਪਣੇ ਖਾਣੇ ਨੂੰ ਗਰਮ ਕਰਦੇ ਹਾਂ ਜਾਂ ਉਬਾਲਦੇ ਹਾਂ ਤਾਂ ਉਹਦੇ ਨਾਲ ਕਈ ਜ਼ਿਆਦਾ ਮਾਈਕਰੋ ਆਰਗੈਨਿਜ਼ਮਸ ਮਰ ਜਾਂਦੇ ਨੇ। Similarly, we keep our food in the refrigerators। Low temperature inhibits the growth of microorganisms। ਕਹਿੰਦਾ ਜਿਸੇ ਤਰੀਕੇ ਨਾਲ ਅਸੀਂ ਆਪਣੇ ਜੇਕਰ ਭੋਜਨ ਨੂੰ ਠੰਡੇ ਇਲਾਕੇ ਠੰਡੇ ਤਾਪਮਾਨ ਦੇ ਵਿੱਚ ਰੱਖਾਂਗੇ ਠੀਕ ਹੈ ਜੀ ਜਾਂ ਅਸੀਂ ਫ੍ਰਿਜ ਵਿੱਚ ਰੱਖਾਂਗੇ ਤਾਂ ਕੀ ਹੋਏਗਾ ਜੀ ਉਹਨਾਂ ਮਾਈਕਰੋ ਆਰਗੈਨਿਜ਼ਮ ਦੀ ਗਰੋਥ ਨਹੀਂ ਹੋਏਗੀ ਠੀਕ ਹੈ ਜੀ ਉਹ ਵਾਧਾ ਨਹੀਂ ਕਰਨਗੇ ਅਤੇ ਸਾਡੇ ਭੋਜਨ ਨੂੰ ਨਸ਼ਟ ਨਹੀਂ ਕਰਨਗੇ। Why does the milk that comes in packets not spoil? ਕਹਿੰਦਾ ਜੀ ਰਾਈਟਰ ਦਾ ਫਰੈਂਡ ਦਾ ਕੁਐਸਚਨ ਹੈ ਜੀ ਜਿਹੜਾ ਖਾਣਾ ਭੋਜਨ ਪੈਕਟਾਂ ਦੁੱਧ ਜਿਹੜਾ ਆਉਂਦਾ ਪਿਆ ਸਾਡਾ ਪੈਕਟਾਂ ਦੇ ਵਿੱਚ ਕਹਿੰਦਾ ਉਹ ਖਰਾਬ ਕਿਉਂ ਨਹੀਂ ਹੁੰਦਾ। ਮਾਈ ਮਦਰ ਟੋਲਡ ਮੀ ਦੈਟ ਦਾ ਮਿਲਕ ਇਜ਼ ਪੋਸਟਰਾਈਜ਼ਡ। ਵਾਟ ਇਜ਼ ਪੋਸਟਰਾਈਜੇਸ਼ਨਸ? ਕਹਿੰਦਾ ਜੀ ਮੇਰੀ ਮਾਤਾ ਨੇ ਦੱਸਿਆ ਕਿ ਖਾਣਾ ਕਿਉਂ ਨਹੀਂ ਖਰਾਬ ਹੁੰਦਾ ਕਿਉਂਕਿ ਇਹ ਪਾਸਟਰੀਕ੍ਰਿਤ ਹੁੰਦਾ ਹੈ। ਕਹਿੰਦਾ ਜੀ ਪਾਸਟਰੀਕਰਨ ਦਾ ਕੀ ਹੁੰਦਾ ਪੋਸਟਰਾਈਜੇਸ਼ਨ ਕੀ ਹੁੰਦਾ ਉਹਦੇ ਬਾਰੇ ਨੂੰ ਸਮਝਾਓ। The milk is heated to about 70 degree Celsius for 15 to 30 seconds and then suddenly chilled and stored। ਕਹਿੰਦਾ ਜੀ ਮਿਲਕ ਨੂੰ ਆਪਣੇ ਭੋਜਨ ਜਿਹੜਾ ਦੁੱਧ ਦਾ ਸਾਡਾ ਭੋਜਨ ਹੈ ਉਹਨੂੰ ਕੀ ਕੀਤਾ ਜਾਂਦਾ ਜੀ 70 ਡਿਗਰੀ ਸੈਂਟੀਗ੍ਰੇਡ ਦੇ ਉੱਪਰ 15 ਤੋਂ 30 ਸੈਕਿੰਡ ਤੱਕ ਗਰਮ ਕੀਤਾ ਜਾਂਦਾ ਹੈ। ਪਹਿਲਾਂ ਨੂੰ 15 ਤੋਂ 30 ਸੈਕਿੰਡ ਤੱਕ ਗਰਮ ਕਰੋ। ਗਰਮ ਹੋਣ ਤੋਂ ਬਾਅਦ ਇੱਕਦਮ ਠੰਡਾ ਕਰਕੇ ਇਹਨੂੰ ਫਰਿੱਜ ਵਿੱਚ ਰੱਖਿਆ ਜਾਂਦਾ ਸਟੋਰ ਕੀਤਾ ਜਾਂਦਾ ਹੈ। ਬਾਈ ਡੂਇੰਗ ਸੋ ਇਟ ਪ੍ਰੀਵੈਂਟ ਦਾ ਗਰੋਥ ਆਫ ਮਾਈਕਰੋਬਸ। ਕਹਿੰਦਾ ਜੀ ਇਸੇ ਤਰੀਕੇ ਨਾਲ ਕਰਨ ਦੇ ਨਾਲ ਕੀ ਹੋਏਗਾ ਜੀ ਉਹਦੇ ਵਿੱਚ ਮਾਈਕਰੋ ਆਰਗੈਨਿਜ਼ਮ ਦੀ ਗਰੋਥ ਨੂੰ ਰੁਕ ਜਾਂਦੀ ਹੈ ਉਹਨਾਂ 'ਚ ਕੋਈ ਸੂਖਮ ਜੀਵ ਐਂਟਰ ਨਹੀਂ ਕਰਦੇ। ਦਿਸ ਪ੍ਰੋਸੈਸ ਵਾਜ਼ ਡਿਸਕਵਰਡ ਬਾਈ ਲੂਇਸ ਪਾਸਚਰ। ਇਟ ਇਜ਼ ਕਾਲਡ ਪੋਸਟਰਾਈਜੇਸ਼ਨਸ। ਕਹਿੰਦਾ ਜੀ ਇਹਦੀ ਖੋਜ ਕਿਹਨੇ ਕੀਤੀ ਸੀ ਲੂਇਸ ਪਾਸਚਰ ਨੇ ਕੀਤੀ ਸੀ ਇਸ ਕਰਕੇ ਇਹਦਾ ਨਾਂ ਕੀ ਰੱਖਿਆ ਜੀ ਪੋਸਟਰਾਈਜੇਸ਼ਨਸ ਠੀਕ ਹੈ ਜੀ। ਸਟੋਰੇਜ ਐਂਡ ਪੈਕਿੰਗ ਕਹਿੰਦਾ ਜੀ ਖਾਣੇ ਨੂੰ ਪੈਕਿੰਗ ਕਿੱਦਾਂ ਕੀਤੀ ਜਾਂਦੀ ਹੈ। These days, dry fruits and even vegetables are sold in sealed airtight packets to prevent the attack of microbes। ਕਹਿੰਦਾ ਜੀ ਅੱਜ ਕੱਲ੍ਹ ਦੇ ਦਿਨਾਂ ਵਿੱਚ ਕੀ ਹੋ ਰਿਹਾ ਜੀ ਠੀਕ ਹੈ ਜੀ ਸੁੱਕੇ ਮੇਵੇ ਹੋ ਗਏ ਠੀਕ ਹੈ ਵੈਜੀਟੇਬਲਸ ਹੋ ਗਈਆਂ ਉਹਨਾਂ ਨੂੰ ਨਾ ਇੱਕਦਮ ਹਵਾ ਟਾਈਟ ਠੀਕ ਹੈ ਜਿਨ੍ਹਾਂ ਵਿੱਚ ਹਵਾ ਵੀ ਐਂਟਰ ਨਾ ਕਰ ਸਕੇ ਇਹੋ ਜਿਹੇ ਪੈਕਟਾਂ 'ਚ ਉਹਨਾਂ ਦੀ ਪੈਕਿੰਗ ਹੁੰਦੀ ਹੈ। ਜੇਕਰ ਹਵਾ ਐਂਟਰ ਨਹੀਂ ਕਰੇਗੀ ਤਾਂ ਇਹਦਾ ਮਤਲਬ ਸੂਖਮ ਜੀਵ ਉਹਨਾਂ ਵਿੱਚ ਐਂਟਰ ਨਹੀਂ ਕਰਨਗੇ। ਜੇਕਰ ਹਵਾ ਐਂਟਰ ਕਰ ਗਈ ਤਾਂ ਸੂਖਮ ਜੀਵ ਐਂਟਰ ਕਰ ਗਏ ਸਾਡਾ ਭੋਜਨ ਖਰਾਬ ਹੋ ਜਾਏਗਾ। ਇਸ ਕਰਕੇ ਇਹੋ ਜਿਹੇ ਪੈਕਟ ਬਣਾਏ ਜਾਂਦੇ ਨੇ ਜਿਨ੍ਹਾਂ ਵਿੱਚ ਕਿ ਹਵਾ ਐਂਟਰ ਨਾ ਕਰੇ ਤਾਂ ਸਾਡਾ ਭੋਜਨ ਖਰਾਬ ਨਾ ਹੋਵੇ। ਇਹ ਤਾਂ ਗੱਲ ਕੀਤੀ ਸੀ ਜੀ ਅਸੀਂ ਆਪਣੇ ਖਾਣੇ ਨੂੰ ਕਿਸ ਤਰ੍ਹਾਂ ਬਚਾ ਕੇ ਰੱਖਦੇ ਹਾਂ। ਅੱਗੋਂ ਗੱਲ ਕਰਦੇ ਹਾਂ ਜੀ ਨਾਈਟ੍ਰੋਜਨ ਫਿਕਸ਼ਨਸੀ। ਰਾਈਜ਼ੋਬੀਅਮ ਲਿਵਸ ਇਨ ਦਾ ਰੂਟ ਨੂਡਲਸ ਆਫ ਲੈਗੂਮੀਨੀਅਸ ਪਲਾਂਟਸ। ਕਹਿੰਦਾ ਜੀ ਰਾਈਜ਼ੋਬੀਅਮ ਨਾਂ ਦਾ ਜੀਵਾਣੂ ਆ ਉਹ ਕਿੱਥੇ ਰਿਹਾ ਜੀ ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਵਿੱਚ ਰਹਿੰਦਾ ਹੈ। ਸੱਚ ਐਸ ਬੀਨਸ ਐਂਡ ਪੀਸ ਵਿਚ ਇਟ ਹੈਜ਼ ਏ ਸਿੰਬੋਟਿਕ ਰਿਲੇਸ਼ਨਸ਼ਿਪ। ਕਹਿੰਦਾ ਜਿਸ ਤਰ੍ਹਾਂ ਕਿ ਬੀਨਸ ਹੋ ਗਏ ਠੀਕ ਹੈ ਜੀ ਪੀਸ ਮਟਰ ਹੋ ਗਏ ਠੀਕ ਹੈ ਜੀ ਸੋਇਆਬੀਨ ਦੇ ਪਲਾਂਟਸ ਹੋ ਗਏ ਉਹਨਾਂ ਵਿੱਚ ਕੀ ਹੁੰਦਾ ਜੀ ਸਿੰਬੋਟਿਕ ਰਿਲੇਸ਼ਨਸ਼ਿਪ ਹੁੰਦਾ ਸਹਿਜੀਵੀ ਸੰਬੰਧ ਹੁੰਦਾ ਆਪਸ ਵਿੱਚ ਦੋਨੇ ਇੱਕ ਦੂਜੇ ਦੇ ਉੱਪਰ ਨਿਰਭਰ ਕਰਦੇ ਨੇ ਰਾਈਜ਼ੋਬੀਅਮ ਪਲਾਂਟਸ ਰਾਈਜ਼ੋਬੀਅਮ ਜੀਵਾਣੂ ਅਤੇ ਇਹਨਾਂ ਵਿੱਚ। ਸਮਟਾਈਮਸ ਨਾਈਟ੍ਰੋਜਨ ਗੈਟਸ ਫਿਕਸ ਥਰੂ ਦ ਐਕਸ਼ਨ ਆਫ ਲਾਈਟਿੰਗ। ਕਹਿੰਦਾ ਜੀ ਕਈ ਵਾਰੀ ਇੱਦਾਂ ਹੁੰਦਾ ਜੀ ਨਾਈਟ੍ਰੋਜਨ ਫਿਕਸ਼ਨ ਕੀ ਹੁੰਦਾ ਨਾਈਟ੍ਰੋਜਨ ਸਥਿਰ ਕਰਕੇ ਰੱਖਣਾ ਅਸੀਂ ਆਪਣੇ ਵਾਤਾਵਰਨ ਦੇ ਵਿੱਚ ਠੀਕ ਹੈ ਜੀ। ਕਈ ਵਾਰੀ ਇਹ ਹੁੰਦਾ ਜੀ ਅਸਮਾਨੀ ਜਦੋਂ ਬਿਜਲੀ ਚਮਕਦੀ ਹੈ ਨਾ ਤਾਂ ਵੀ ਨਾਈਟ੍ਰੋਜਨ ਸਥਿਰੀਕਰਨ ਹੋ ਜਾਂਦਾ ਹੈ। ਕਹਿੰਦਾ ਕਿ ਰਾਈਜ਼ੋਬੀਅਮ ਨਾਂ ਦਾ ਜੀਵਾਣੂ ਅਸੀਂ ਪਿਛਲੀਆਂ ਕਲਾਸ ਸਾਰਾ ਪੜ੍ਹ ਕੇ ਆਏ ਹਾਂ 7ਵੀਂ 6ਵੀਂ ਕਲਾਸ 'ਚ ਕਿ ਰਾਈਜ਼ੋਬੀਅਮ ਨਾਂ ਦਾ ਜੀਵਾਣੂ ਮਿੱਟੀ ਦੇ ਵਿੱਚ ਨਾਈਟ੍ਰੋਜਨ ਕਿੱਦਾਂ ਸਥਿਰੀਕਰਨ ਕਰਦਾ ਹੈ। ਕਹਿੰਦਾ ਜੀ ਉਹ ਫਲੀਦਾਰ ਪੌਦੇ ਦੀਆਂ ਜੜ੍ਹਾਂ ਵਿੱਚ ਰਹਿੰਦਾ ਹੈ ਉਹਦੇ ਵਿੱਚ ਕੀ ਕਰਦਾ ਹੈ ਜੀ ਮਿੱਟੀ ਦੇ ਵਿੱਚ ਨਾਈਟ੍ਰੋਜਨ ਨੂੰ ਲੈ ਕੇ ਜੜ੍ਹਾਂ ਰਾਹੀਂ ਪੌਦਿਆਂ ਨੂੰ ਦਿੰਦਾ ਹੈ ਉੱਪਰੋਂ ਨਾਈਟ੍ਰੋਜਨ ਦੀ ਮਾਤਰਾ ਪੂਰੀ ਹੋ ਸਕੇ ਠੀਕ ਹੈ ਜੀ ਪ੍ਰੋਟੀਨ ਮਿਲ ਸਕੇ ਉਹਦੇ ਨਾਲ ਉਸ ਨੂੰ। ਕਹਿੰਦਾ ਜੀ ਇਹ ਸਾਰਾ ਕੰਮ ਕੌਣ ਕਰ ਰਿਹਾ ਰਾਈਜ਼ੋਬੀਅਮ ਨਾਂ ਦਾ ਜੀਵਾਣੂ ਕਰ ਰਿਹਾ। ਹਾਂਜੀ ਅੱਗੋਂ ਗੱਲ ਕਰ ਰਹੇ ਹਾਂ ਜੀ ਨਾਈਟ੍ਰੋਜਨ ਸਾਈਕਲ ਦੀ। ਨਾਈਟ੍ਰੋਜਨ ਸਾਈਕਲ ਠੀਕ ਹੈ ਜੀ ਨਾਈਟ੍ਰੋਜਨ ਸਾਈਕਲ ਦਾ ਨਜ਼ਰ ਆ ਹੀ ਰਿਹਾ ਨੀਚੇ ਬੁੱਕ ਦੇ ਵਿੱਚ। ਐਟਮੋਸਫੇਰਿਕ ਨਾਈਟ੍ਰੋਜਨ ਐਟਮੋਸਫੇਅਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਗੈਸ ਪਾਈ ਜਾਂਦੀ ਉਹ ਕਿਹੜੀ ਹੈ ਜੀ ਨਾਈਟ੍ਰੋਜਨ। ਨਾਈਟ੍ਰੋਜਨ ਦੀ ਗੈਸ 78% ਸਾਡੀ ਹਵਾ ਵਿੱਚ ਪਾਈ ਜਾਂਦੀ ਹੈ। ਸਭ ਤੋਂ ਵੱਡੀ ਮਾਤਰਾ ਜਿਹੜੀ ਗੈਸ ਪਾਈ ਜਾਂਦੀ ਉਹ ਨਾਈਟ੍ਰੋਜਨ ਹੈ। ਕਹਿੰਦਾ ਜੀ ਐਟਮੋਸਫੇਅਰ ਦੇ ਵਿੱਚ ਨਾਈਟ੍ਰੋਜਨ ਨੂੰ ਕਿੱਦਾਂ ਫਿਕਸ਼ਨ ਕਰਕੇ ਰੱਖਿਆ ਜਾਂਦਾ ਉਸ ਸਾਰੇ ਸਾਈਕਲ ਦੇ ਵਿੱਚ ਦੱਸਿਆ ਗਿਆ ਹੈ। ਹਾਂਜੀ ਕੰਪਾਊਂਡਸ ਆਫ ਨਾਈਟ੍ਰੋਜਨ ਇਨ ਦਾ ਸੋਇਲ
ਕਹਿੰਦਾ ਜੀ ਸਾਰੀ ਨਾਈਟ੍ਰੋਜਨ ਕਿਸ ਤਰ੍ਹਾਂ ਹੁੰਦੀ ਹੈ, ਜ਼ਮੀਨ ਦੇ ਵਿੱਚ ਹੁੰਦੀ ਹੈ। ਜ਼ਮੀਨ ਦੇ ਵਿੱਚ ਨਾਈਟ੍ਰੋਜਨ ਨੂੰ ਕੌਣ ਫੜ ਕੇ ਰੱਖਦਾ ਜੀ, ਰਾਈਜ਼ੋਬੀਅਮ ਨਾਂ ਦਾ ਬੈਕਟੀਰੀਆ। ਉਹ ਕੀ ਕਰਦਾ ਹਾਂਜੀ, ਅਪਟੇਕ ਬਾਈ ਪਲਾਂਟਸ। ਫਿਰ ਨਾਈਟ੍ਰੋਜਨ ਨੂੰ ਪਲਾਂਟਸ ਕਿਸ ਤਰ੍ਹਾਂ ਲੈ ਰਹੇ ਜੀ, ਆਪਣੀਆਂ ਜੜ੍ਹਾਂ ਰਾਹੀਂ ਨਾਈਟ੍ਰੋਜਨ ਨੂੰ ਪਲਾਂਟਸ ਆਪਣੇ ਅੰਦਰ ਐਬਜ਼ੌਰਬ ਕਰਦੇ ਨੇ। ਉਹ ਖੁੱਲ੍ਹੇ ਤੌਰ 'ਤੇ ਹਵਾ ਦੇ ਵਿੱਚੋਂ ਨਾਈਟ੍ਰੋਜਨ ਨੂੰ ਆਪਣੇ ਅੰਦਰ ਐਬਜ਼ੌਰਬ ਨਹੀਂ ਕਰ ਸਕਦੇ, ਠੀਕ ਹੈ ਜੀ। ਉਹ ਕਿਹੜੀ ਗੈਸ ਲੈ ਕੇ ਜਾਂਦੇ ਹੁੰਦੇ, ਸਿਰਫ ਕਾਰਬਨ ਡਾਈਆਕਸਾਈਡ। ਜੇ ਨਾਈਟ੍ਰੋਜਨ ਵੀ ਉਹਨਾਂ ਨੂੰ ਚਾਹੀਦੀ ਆ, ਉਹ ਇਸੇ ਤਰ੍ਹਾਂ ਕਿੱਥੋਂ ਲੈ ਰਹੇ ਆ ਜੀ, ਜ਼ਮੀਨ ਦੇ ਵਿੱਚ ਜੜ੍ਹਾਂ ਰਾਹੀਂ ਆਪਣੇ ਅੰਦਰ ਨਾਈਟ੍ਰੋਜਨ ਨੂੰ ਲੈ ਕੇ ਜਾ ਰਹੇ ਨੇ। ਜਦੋਂ ਪੌਦਿਆਂ 'ਚ ਨਾਈਟ੍ਰੋਜਨ ਪਹੁੰਚੀ, ਐਨੀਮਲਸ ਈਟ ਪਲਾਂਟਸ। ਅਤੇ ਕੀ ਕਰਦਾ ਜੀ, ਐਨੀਮਲਸ ਜਾਂ ਹਿਊਮਨ ਬੀਇੰਗਸ, ਅਸੀਂ ਆਪਣਾ ਖਾਣਾ ਕਿੱਥੋਂ ਪ੍ਰਾਪਤ ਕਰ ਰਹੇ ਹਾਂ, ਪੌਦਿਆਂ ਤੋਂ, ਠੀਕ ਹੈ ਜੀ। ਫਿਰ ਪੌਦਿਆਂ ਐਨੀਮਲਸ ਕੀ ਕਰਦੇ ਹੋਣਗੇ, ਆਪਣਾ ਖਾਣਾ ਕਿੱਥੋਂ ਪ੍ਰਾਪਤ ਕਰ ਰਹੇ, ਪੌਦਿਆਂ ਨੂੰ, ਅਤੇ ਪੌਦਿਆਂ ਨੂੰ ਖਾਂਦੇ ਹੋਣਗੇ, ਠੀਕ ਹੈ ਜੀ। ਜਦੋਂ ਐਨੀਮਲਸ ਆ ਪੌਦਿਆਂ ਨੂੰ ਖਾ ਰਹੇ ਨੇ, ਦੈਟਸ ਮੀਨ ਉਹਨਾਂ ਅੰਦਰ ਕੀ ਜਾ ਰਿਹਾ ਜੀ, ਨਾਈਟ੍ਰੋਜਨ ਜਾ ਰਹੀ ਉਹਨਾਂ ਅੰਦਰ, ਠੀਕ ਹੈ ਜੀ। ਨਾਈਟ੍ਰੋਜਨਸ ਵੇਸਟ ਫਰੋਮ ਐਕਸਰਸ਼ਨ ਐਂਡ ਡੈਥ। ਕਹਿੰਦਾ ਜਦੋਂ ਇਹ ਐਨੀਮਲਸ ਮਰ ਜਾਂਦੇ ਨੇ, ਠੀਕ ਹੈ ਜੀ, ਜਾਂ ਉਹਨਾਂ ਦਾ ਐਕਸਕ੍ਰੀਟਸ ਹੁੰਦਾ, ਉਹ ਕੀ ਕਰ ਰਹੇ ਜੀ, ਨਾਈਟ੍ਰੋਜਨ ਬਾਹਰ ਕੱਢ ਰਹੇ ਨੇ, ਠੀਕ ਹੈ ਜੀ। ਨਾਈਟ੍ਰੋਜਨ ਫਿਰ ਵਾਪਸ ਕਿਤੇ ਜਾ ਰਹੀ ਹੈ, ਜ਼ਮੀਨ ਦੇ ਵਿੱਚ ਜਾ ਰਹੀ ਹੈ। ਜ਼ਮੀਨ ਦੇ ਵਿੱਚੋਂ ਪੌਦੇ ਜੜ੍ਹਾਂ ਰਾਹੀਂ ਨਾਈਟ੍ਰੋਜਨ ਆਪਣੇ ਅੰਦਰ ਲੈ ਕੇ ਜਾ ਰਹੇ ਨੇ। ਪੌਦਿਆਂ ਵਿੱਚ ਨਾਈਟ੍ਰੋਜਨ ਆ ਗਈ, ਠੀਕ ਹੈ ਜੀ। ਐਨੀਮਲਸ ਆਪਣਾ ਖਾਣਾ ਕਿੱਥੋਂ ਪ੍ਰਾਪਤ ਕਰਦੇ ਪਏ ਨੇ, ਪੌਦਿਆਂ ਤੋਂ, ਅਤੇ ਪੌਦਿਆਂ ਵਾਲਾ ਨਾਈਟ੍ਰੋਜਨ ਕਿਹਨਾਂ ਅੰਦਰ ਜਾ ਰਿਹਾ, ਐਨੀਮਲ ਦੇ ਵਿੱਚ ਜਾ ਰਿਹਾ। ਐਨੀਮਲ ਆਪਣੇ ਐਕਸਕ੍ਰੀਟਸ ਕੱਢਦੇ ਪਏ ਨੇ, ਠੀਕ ਹੈ, ਜਾਂ ਮਰ ਜਾਂਦੇ ਨੇ। ਅਤੇ ਜਦੋਂ ਮਰ ਜਾਂਦਾ ਕੋਈ ਐਨੀਮਲਸ, ਕਿੱਥੇ ਦਬਾਇਆ ਜਾਂਦਾ, ਮਿੱਟੀ ਦੇ ਵਿੱਚ, ਅਤੇ ਫਿਰ ਮਿੱਟੀ ਦੇ ਵਿੱਚ ਨਾਈਟ੍ਰੋਜਨ ਵਾਪਸ ਆ ਗਈ। ਪਰ ਉਸ ਫੋਰਮ ਦੇ ਵਿੱਚ ਨਾਈਟ੍ਰੋਜਨ ਕਿਹੜੀ ਫੋਰਮ ਦੇ ਵਿੱਚ ਹੁੰਦੀ ਹੈ, ਨਾਈਟ੍ਰੋਜਨ ਆਪਣੀ ਗੈਸ ਦੇ ਫੋਰਮ 'ਚ ਨਹੀਂ ਹੁੰਦੀ, ਠੀਕ ਹੈ ਜੀ। ਇਸ ਕਰਕੇ ਉਹਨੂੰ ਗੈਸ ਦੇ ਫੋਰਮ 'ਚ ਕਨਵਰਟ ਕਰਨ ਲਈ ਫਿਰ ਕੀ ਜਾਂਦਾ ਹੈ ਜੀ, ਬੈਕਟੀਰੀਆ ਟਰਨ ਕੰਪਾਊਂਡਸ ਆਫ ਨਾਈਟ੍ਰੋਜਨ ਇਨਟੂ ਗੈਸਸ ਨਾਈਟ੍ਰੋਜਨ। ਫਿਰ ਕੀ ਕਰਦਾ ਜੀ ਬੈਕਟੀਰੀਆ, ਰਾਈਜ਼ੋਬੀਅਮ ਨਾਂ ਦਾ ਬੈਕਟੀਰੀਆ, ਉਹ ਕੀ ਕਰਦਾ ਪਿਆ ਜੀ, ਨਾਈਟ੍ਰੋਜਨ ਨੂੰ ਫਿਰ ਹਵਾ ਦੇ ਵਿੱਚ ਗੈਸ ਦੇ ਰੂਪ 'ਚ ਕਨਵਰਟ ਕਰਕੇ ਫਿਰ ਵਾਪਸ ਦੁਬਾਰਾ ਐਟਮੋਸਫੇਅਰ ਦੇ ਵਿੱਚ ਛੱਡ ਰਿਹਾ। ਹਾਂਜੀ, ਅਸੀਂ ਪਹਿਲਾਂ ਪੜ੍ਹਿਆ ਜੀ ਕਿ ਕਈ ਵਾਰੀ ਨਾਈਟ੍ਰੋਜਨ ਕੀ ਹੁੰਦਾ, ਲਾਈਟਨਿੰਗ ਫਿਕਸ ਨਾਈਟ੍ਰੋਜਨ। ਕਈ ਵਾਰੀ ਜੋ ਬਿਜਲੀ ਅਸਮਾਨੀ ਬਿਜਲੀ ਚਮਕਦੀ ਹੈ, ਉਹ ਤਾਂ ਨਾਈਟ੍ਰੋਜਨ ਫਿਰ ਸਥਿਰੀਕਰਨ ਕਰ ਦਿੰਦੀ ਹੈ, ਫਿਰ ਵਾਪਸ ਜ਼ਮੀਨ 'ਚ ਭੇਜ ਦਿੰਦੀ ਹੈ ਉਹਨਾਂ ਨੂੰ, ਠੀਕ ਹੈ ਜੀ। ਅਤੇ ਕਈ ਵਾਰੀ ਕੀ ਹੁੰਦਾ ਜੀ, ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ ਐਂਡ ਬਲੂ ਗ੍ਰੀਨ ਐਲਗੀ ਫਿਕਸ ਐਟਮੋਸਫੇਰਿਕ ਨਾਈਟ੍ਰੋਜਨ। ਕਈ ਵਾਰੀ ਕੀ ਹੁੰਦਾ ਜੀ, ਨਾਈਟ੍ਰੋਜਨ ਫਿਕਸ ਕੌਣ ਕਰਦਾ ਹੈ ਜੀ, ਜਿਸ ਤਰ੍ਹਾਂ ਜੀ ਬਲੂ ਗ੍ਰੀਨ ਐਲਗੀ ਹੁੰਦੀ ਹੈ, ਉਹ ਕੀ ਕਰਦੀ ਹੈ, ਉਹ ਵੀ ਕੀ ਕਰਦੀ ਹੈ, ਨਾਈਟ੍ਰੋਜਨ ਨੂੰ ਫਿਕਸ ਕਰ ਦਿੰਦੀ ਹੈ ਵਾਤਾਵਰਨ ਦੇ ਵਿੱਚ, ਜ਼ਮੀਨ ਦੇ ਵਿੱਚ, ਠੀਕ ਹੈ ਜੀ। ਪਰ ਉਹ ਕਿਹੜੀ ਫੋਰਮ ਦੇ ਵਿੱਚ, ਗੈਸ ਦੀ ਫੋਰਮ 'ਚ ਨਹੀਂ ਹੁੰਦੀ। ਇਸ ਕਰਕੇ ਬੈਕਟੀਰੀਆ ਫਿਰ ਕੀ ਕਰਦਾ ਜੀ, ਉਹਨੂੰ ਗੈਸ ਦੀ ਫੋਰਮ 'ਚ ਕਨਵਰਟ ਕਰਦਾ, ਅਤੇ ਫਿਰ ਵਾਪਸ ਕਿੱਥੇ ਭੇਜਦਾ, ਮਿੱਟੀ ਦੇ ਵਿੱਚ ਭੇਜਦਾ। ਮਿੱਟੀ 'ਚੋਂ ਫਿਰ ਸਾਰਾ ਪ੍ਰੋਸੈਸ ਸ਼ੁਰੂ ਹੋ ਕੇ ਫਿਰ ਦੁਬਾਰਾ ਵਾਤਾਵਰਨ ਜਾਂਦੀ ਹੈ, ਫਿਰ ਦੁਬਾਰਾ ਮਿੱਟੀ ਵਿੱਚ ਆਉਂਦੀ ਹੈ। ਇਹਨੂੰ ਸਾਰੇ ਨੂੰ ਕੀ ਬੋਲਦੇ ਨੇ ਜੀ, ਨਾਈਟ੍ਰੋਜਨ ਸਾਈਕਲ। ਹਾਂਜੀ, ਹੁਣ ਸਾਡਾ ਕੀ ਹੈ ਜੀ, ਆਪਾਂ ਸਾਰੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਨਾਲ ਵੇਖੋ, ਸੁਣੋ ਅਤੇ ਪੜ੍ਹੋ। ਤੁਹਾਨੂੰ ਆਪਣੇ ਆਪ ਇਹਨਾਂ ਦੇ ਆਨਸਰਸ ਮਿਲ ਜਾਣਗੇ, ਜਿਹੜਾ ਮੈਂ ਤੁਹਾਨੂੰ ਹੋਮਵਰਕ ਦੇ ਰਹੀ ਹਾਂ। ਉਹਦਾ ਪਹਿਲਾ ਕੁਐਸਚਨ ਕੀ ਹੈ ਜੀ, ਕੈਰੀਅਰ ਆਫ ਮਲੇਰੀਆ ਕਾਜ਼ਿੰਗ ਪ੍ਰੋਟੋਜ਼ੋਆ ਇਜ਼। ਕਹਿੰਦਾ ਜੀ ਮਲੇਰੀਆ ਕਿਹੜੀ ਕਾਰਨਾਂ ਕਰਕੇ ਫੈਲਦਾ ਹੈ, ਠੀਕ ਹੈ ਜੀ। ਨੰਬਰ 1 ਫੀਮੇਲ ਐਨਾਫਾਈਲਸ ਮੋਸਕੀਟੋ, ਸੈਕਿੰਡ ਕਾਕਰੋਚ, ਥਰਡ ਹਾਊਸ ਫਲਾਈ, ਫੋਰਥ ਬਟਰਫਲਾਈ। ਇਹਨਾਂ ਚਾਰਾਂ ਵਿੱਚ ਜਿਹੜਾ ਤੁਹਾਨੂੰ ਆਨਸਰ ਸਹੀ ਲੱਗਦਾ ਉਹਦੇ ਅੱਗੇ ਟਿਕ ਲਗਾਉਣੀ ਹੈ। Second question, what is communicable diseases? Give example. Third question, define pasteurizations. Fourth question, name the microorganism which can fix atmospheric nitrogen in the soil. Fifth question, write a short note on harms caused by microorganisms. ਆ ਸਾਰੇ ਕੁਐਸਚਨ ਤੁਸੀਂ ਆਪਣੀ ਸਾਇੰਸ ਦੀ ਨੋਟਬੁੱਕ 'ਤੇ ਲਿਖਣੇ ਨੇ। ਇਹ ਸਾਰੀ ਵੀਡੀਓ ਨੂੰ ਧਿਆਨ ਨਾਲ ਵੇਖੋ, ਸੁਣੋ, ਤੁਹਾਨੂੰ ਆਪਣੇ ਆਪ ਇਹਨਾਂ ਦੇ ਆਨਸਰ ਮਿਲ ਜਾਣਗੇ। ਥੈਂਕ ਯੂ ਬੇਟਾ ਜੀ।